ਸਤਿ ਸ੍ਰੀ ਅਕਾਲ ਜੀ। ਨੀ ਆ ਕੀ ਬਣਾਇਆ ਹੈ, ਪਾਣੀ ਧਾਣੀ ਜਾਂ ਕੀ ਏ? ਕੁਲਵੰਤ ਦੀ ਦਾਦੀ ਉਸਦੀ ਮਾਂ ਨੂੰ ਕਹਿ ਰਹੀ ਸੀ। ਬੇਬੇ ਦਾਲ ਹੈ ਕੁੜੇ, ਦਾਲ ਇਹੋ ਜਿਹੀ ਹੁੰਦੀ ਹੈ। ਇਹ ਤੇਰੇ ਪੇਕੇ ਖਾਂਦੇ ਹੋਣਗੇ ਇਹੋ ਜਿਹੀ ਦਾਲ। ਸਾਡੇ ਨਹੀਂ ਇਹੋ ਜਿਹੀ ਖਾਂਦੇ। ਇੰਨੇ ਸਾਲ ਹੋ ਗਏ ਤੈਨੂੰ ਵਿਆਹੀ ਆਈ ਨੂੰ, ਅਜੇ ਤੱਕ ਤੇਰੇ 'ਚ ਪੇਕਿਆਂ ਵਾਲਾ ਨੰਗ ਪੁਣਾ ਨਹੀਂ ਗਿਆ। ਕੁਲਵੰਤ ਦੀ ਦਾਦੀ ਟੁੱਟੇ ਛਿੱਤਰ ਵਾਂਗ ਅੱਗੇ ਵੱਧਦੀ ਹੀ ਜਾਂਦੀ ਸੀ। ਬੇਬੇ ਮੇਰੇ ਪੇਕਿਆਂ ਨੂੰ ਕਿਉਂ ਬੋਲਦੇ ਹੋ? ਉਹਨਾਂ ਨੇ ਵਿਚਾਰਿਆਂ ਨੇ ਕੀ ਗਲਤੀ ਕੀਤੀ ਹੈ? ਕੁਲਵੰਤ ਦੀ ਮਾਂ ਨੇ ਜਵਾਬ ਦਿੱਤਾ। ਆਹ ਤੂੰ ਡੁੰਨ ਵੱਟਾ ਸਾਡੇ ਸਿਰ ਮਾਰਿਆ, ਇਹ ਗਲਤੀ ਨਹੀਂ। ਨਾ ਅਕਲ ਨਾ ਸ਼ਕਲ, ਨਾ ਲੈਣ ਨੂੰ ਕੁਛ ਨਾ ਦੇਣ ਨੂੰ। ਬਥੇਰੇ ਰਿਸ਼ਤੇ ਆਉਂਦੇ ਹੁੰਦੇ ਸੀ ਚੰਗੇ ਘਰਾਂ ਦੇ ਮੇਰੇ ਪੁੱਤ ਨੂੰ, ਪਰ ਸਾਡੀ ਕਿਸਮਤ ਮਾੜੀ ਸੀ। ਮਰ ਜਾਣ ਪੁੱਤ ਵਿਚੋਲੇ ਦੇ ਜਿਹਨੇ ਸਾਡੇ ਅੱਖੀਂ ਘੱਟਾ ਪਾਇਆ। ਕੁਲਵੰਤ ਦੀ ਦਾਦੀ ਦਾ ਰੋਜ਼ ਦਾ ਇਹੋ ਕੰਮ ਸੀ। ਕੁਲਵੰਤ ਨੇ ਜਦੋਂ ਦੀ ਸੁਰਤ ਸੰਭਾਲੀ ਸੀ, ਉਹਨੇ ਹਮੇਸ਼ਾ ਦਾਦੀ ਨੂੰ ਮਾਂ ਨਾਲ ਲੜਦੇ ਹੀ ਵੇਖਿਆ ਸੀ। ਮਾਂ ਜੋ ਵੀ ਕੰਮ ਕਰਦੀ ਦਾਦੀ ਨੇ ਉਸ ਵਿੱਚ ਨੁਕਸ ਕੱਢਣਾ ਹੀ ਕੱਢਣਾ। ਦਾਦੀ ਦਾ ਸੁਭਾਅ ਮਾੜਾ ਨਹੀਂ ਸੀ। ਮਾਂ ਤੋਂ ਬਿਨਾਂ ਬਾਕੀ ਸਭ ਨਾਲੋਂ ਵਧੀਆ ਗੱਲਾਂ ਕਰਦੀ, ਕੁਲਵੰਤ ਨੂੰ ਬਹੁਤ ਪਿਆਰ ਕਰਦੀ। ਕੁਲਵੰਤ ਦੇ ਪਿਓ ਨੂੰ ਵੀ ਪੁੱਤ ਪੁੱਤ ਕਰਦੀ। ਜਦੋਂ ਕੁਲਵੰਤ ਦੀ ਭੂਆ ਆਉਂਦੀ ਉਸ ਨਾਲ ਵੀ ਪਿਆਰ ਨਾਲ ਗੱਲ ਕਰਦੀ। ਪਿੰਡ ਵਿੱਚੋਂ ਕੋਈ ਵੀ ਆਉਂਦਾ ਦਾਦੀ ਉਹਨਾਂ ਨਾਲ ਪਿਆਰ ਨਾਲ ਗੱਲਾਂ ਕਰਦੀ। ਬਸ ਕੁਲਵੰਤ ਦੀ ਮਾਂ ਨਾਲ ਹੀ ਉਸਦਾ ਕੋਈ ਵੈਰ ਸੀ। ਕੁਲਵੰਤ 10 ਸਾਲ ਦਾ ਹੋ ਗਿਆ ਸੀ, ਪਰ ਦਾਦੀ ਦੇ ਵਤੀਰੇ ਦਾ ਕੋਈ ਫਰਕ ਨਹੀਂ ਸੀ ਪਿਆ। ਇੱਕ ਦਿਨ ਕੁਲਵੰਤ ਨੇ ਆਪਣੀ ਮਾਂ ਨੂੰ ਪੁੱਛਿਆ, ਮਾਂ ਦਾਦੀ ਸਭ ਨਾਲ ਵਧੀਆ ਗੱਲਾਂ ਕਰਦੀ ਹੈ, ਪਰ ਤੇਰੇ ਨਾਲ ਕਿਉਂ ਲੜਦੀ ਰਹਿੰਦੀ ਹੈ? ਪੁੱਤ ਇਹ ਮੇਰੀ ਸੱਸ ਹੈ, ਸੱਸਾਂ ਇਸ ਤਰ੍ਹਾਂ ਦੀਆਂ ਹੀ ਨੂੰਹਾਂ ਨਾਲ ਲੜਦੀਆਂ ਨੇ। ਕੁਲਵੰਤ ਦੀ ਮਾਂ ਨੇ ਜਵਾਬ ਦਿੱਤਾ। ਤੂੰ ਕਦੋਂ ਸੱਸ ਬਣੇਗੀ ਮਾਂ? ਕੁਲਵੰਤ ਨੇ ਪੁੱਛਿਆ। ਉਸਦੇ ਇਸ ਤਰ੍ਹਾਂ ਦੇ ਭੋਲੇਪਣ ਤੇ ਮਾਂ ਹੱਸ ਪਈ। ਨਾਲੇ ਕੁਲਵੰਤ ਨੂੰ ਜੱਫੀ ਵਿੱਚ ਲੈ ਕੇ ਪਿਆਰ ਕਰਦੀ ਹੋਈ ਕਹਿਣ ਲੱਗੀ, ਜਦੋਂ ਤੇਰਾ ਵਿਆਹ ਹੋ ਗਿਆ ਪੁੱਤਰ, ਤੇਰੇ ਘਰ ਵਾਲੀ ਆ ਜਾਊ, ਫੇਰ ਮੈਂ ਸੱਸ ਬਣੂੰਗੀ। ਮਾਂ ਫੇਰ ਤੂੰ ਮੇਰੀ ਘਰ ਵਾਲੀ ਨਾਲ ਇਸ ਤਰ੍ਹਾਂ ਹੀ ਲੜੇਂਗੀ? ਕੁਲਵੰਤ ਨੇ ਭੋਲੇਪਣ ਵਿੱਚ ਕਿਹਾ। ਨਾ ਪੁੱਤ, ਮੈਂ ਸੁੱਖੀ ਸਾਂਦੀ ਤੇਰੀ ਘਰ ਵਾਲੀ ਨਾਲ ਕਿਉਂ ਲੜੂੰਗੀ? ਮੈਂ ਕੋਈ ਕਮਲੀ ਆ? ਪਰ ਮਾਂ ਤੂੰ ਆਪ ਤਾਂ ਕਹਿੰਦੀ ਐਂ ਵੀ ਸੱਸਾਂ ਨੂੰਹਾਂ ਨਾਲ ਲੜਦੀਆਂ ਨੇ। ਨਹੀਂ, ਮੇਰੇ ਨਾਲ ਮੈਂ ਵਾਅਦਾ ਕਰਦੀ ਆਂ ਤੇਰੇ ਨਾਲ ਕਿ ਕਦੇ ਵੀ ਤੇਰੀ ਘਰਵਾਲੀ ਨਾਲ ਨਹੀਂ ਲੜਦੀ। ਮਾਂ ਨੇ ਭਾਵੁਕ ਹੋ ਕੇ ਕੁਲਵੰਤ ਨੂੰ ਕਿਹਾ। ਸਮਾਂ ਬੀਤਦਾ ਗਿਆ। ਕੁਲਵੰਤ ਪੜ੍ਹ ਲਿਖ ਕੇ ਸ਼ਹਿਰ ਨੌਕਰੀ ਕਰਨ ਲੱਗ ਗਿਆ। ਉਹ ਹਰ ਰੋਜ਼ ਮੋਟਰਸਾਈਕਲ ਤੇ ਪਿੰਡ ਤੋਂ ਸ਼ਹਿਰ ਨੌਕਰੀ ਕਰਨ ਜਾਂਦਾ। ਉਸਦੀ ਦਾਦੀ ਕਾਫੀ ਬਜ਼ੁਰਗ ਹੋ ਗਈ ਸੀ। ਸਾਰਾ ਦਿਨ ਮੰਜੇ ਤੇ ਹੀ ਪਈ ਰਹਿੰਦੀ। ਮਾਂ ਉਸ ਨੂੰ ਬੈਠੀ ਦੀ ਸੇਵਾ ਕਰਦੀ। ਦਾਦੀ ਦੀ ਨਿਗਾਹ ਵੀ ਘਟ ਗਈ ਸੀ। ਮਾਂ ਆਪਣੀ ਕੰਮ ਵਾਲੀ ਦੀ ਮਦਦ ਨਾਲ ਦਾਦੀ ਨੂੰ ਇਸ਼ਨਾਨ ਕਰਵਾਉਂਦੀ। ਰਾਤ ਨੂੰ ਦਾਦੀ ਪਿਸ਼ਾਬ ਕਰਨ ਬਾਹਰ ਨਹੀਂ ਸੀ ਜਾ ਸਕਦੀ, ਇਸ ਲਈ ਉਹ ਮੰਜੇ ਦੇ ਨਾਲ ਰੱਖੇ ਬੱਠਲ ਵਿੱਚ ਹੀ ਰਾਤ ਨੂੰ ਪਿਸ਼ਾਬ ਕਰਦੀ। ਕੁਲਵੰਤ ਦੀ ਮਾਂ ਸਵੇਰੇ ਉੱਠ ਕੇ ਦਾਦੀ ਦਾ ਪਿਸ਼ਾਬ ਵੀ ਬਾਹਰ ਡੋਲਦੀ, ਪਰ ਮਾਂ ਪ੍ਰਤੀ ਦਾਦੀ ਦਾ ਸੁਭਾਅ ਨਹੀਂ ਸੀ ਬਦਲਿਆ। ਉਹ ਉਸੇ ਤਰ੍ਹਾਂ ਮਾਂ ਨੂੰ ਹਰ ਕੰਮ ਵਿੱਚ ਟੋਕਦੀ। ਕੁਲਵੰਤ ਦੇ ਵਿਆਹ ਦੀ ਗੱਲ ਚੱਲੀ। ਕੁਲਵੰਤ ਦੇ ਮਾਂ-ਬਾਪ ਨੇ ਇੱਕ ਕੁੜੀ ਵੇਖੀ, ਪਰ ਕੋਈ ਵੀ ਗੱਲ ਤੋਰਨ ਤੋਂ ਪਹਿਲਾਂ ਕੁਲਵੰਤ ਦੀ ਰਾਏ ਲੈਣੀ ਜ਼ਰੂਰੀ ਸੀ। ਮੁੰਡਾ ਪੜ੍ਹਿਆ ਲਿਖਿਆ ਸੀ, ਨੌਕਰੀ ਪੇਸ਼ਾ ਸੀ, ਕੁੜੀ ਵੀ ਪੜ੍ਹੀ ਲਿਖੀ ਸੀ। ਕੁਲਵੰਤ ਨੇ ਆਪਣੇ ਮਾਂ-ਬਾਪ ਨੂੰ ਕਹਿ ਦਿੱਤਾ ਤੇ ਤੁਸੀਂ ਆਪਣੇ ਪਸੰਦ ਦੀ ਕੁੜੀ ਲੱਭ ਲਵੋ। ਜੋ ਕੁੜੀ ਮਾਂ ਨੂੰ ਪਸੰਦ ਆ ਜਾਵੇ, ਮੇਰਾ ਵਿਆਹ ਕਰ ਦੇਣਾ। ਮੁੰਡੇ ਦਾ ਜਵਾਬ ਸੁਣ ਕੇ ਮਾਂ ਗਦਗਦ ਹੋ ਗਈ। ਉਸਨੂੰ ਆਪਣੇ ਪੁੱਤਰ ਦੀ ਸਿਆਣਪ ਤੇ ਫਖਰ ਹੋਇਆ। ਕੁਲਵੰਤ ਦਾ ਵਿਆਹ ਹੋ ਗਿਆ। ਮਾਂ ਨੇ ਕੁੜੀ ਪਸੰਦ ਕੀਤੀ ਸੀ। ਕੁੜੀ ਸੋਹਣੀ ਸੀ, ਪੜ੍ਹੀ ਲਿਖੀ ਸੀ, ਪਰ ਸ਼ਹਿਰ ਦੀ ਰਹਿਣ ਵਾਲੀ ਸੀ। ਕੁਲਵੰਤ ਨੇ ਆਪਣੀ ਉਹੀ ਰੁਟੀਨ ਰੱਖੀ। ਉਹ ਰੋਜ਼ ਸਵੇਰੇ ਨੌਕਰੀ ਕਰਨ ਸ਼ਹਿਰ ਜਾਂਦਾ ਤੇ ਸ਼ਾਮ ਨੂੰ ਵਾਪਸ ਆਉਂਦਾ। ਕੁਲਵੰਤ ਦੀ ਪਤਨੀ ਨੂੰ ਸ਼ਹਿਰ ਵਿੱਚ ਰਹਿਣ ਕਰਕੇ ਪਿੰਡ ਦੇ ਕੰਮ ਦਾ ਬਹੁਤਾ ਭੇਤ ਨਹੀਂ ਸੀ। ਉਹ ਸ਼ਹਿਰ ਵਿੱਚ ਗੈਸ 'ਤੇ ਕੰਮ ਕਰਦੀ ਸੀ, ਪਰ ਇੱਥੇ ਚੁੱਲ੍ਹੇ 'ਤੇ ਕੰਮ ਹੁੰਦਾ ਹੈ। ਪਰ ਉਹ ਸਿਆਣੀ ਕੁੜੀ ਸੀ। ਉਸਨੇ ਹੌਲੀ ਹੌਲੀ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ। ਗਰਮੀ ਦੇ ਮਹੀਨੇ ਉਸਨੇ ਚੁੱਲ੍ਹੇ ਮੂਹਰੇ ਬੈਠੀ ਨੇ ਟੇਬਲ ਵਾਲਾ ਪੱਖਾ ਲਾ ਲਿਆ। ਉਸਨੂੰ ਰੇਡੀਓ ਸੁਣਨ ਦੀ ਆਦਤ ਸੀ, ਨਾਲ ਹੀ ਉਸਨੇ ਸੈੱਲਾਂ ਵਾਲਾ ਛੋਟਾ ਰੇਡੀਓ ਲਾ ਲਿਆ। ਕੁਲਵੰਤ ਦੀ ਮਾਂ ਇਹ ਬਰਦਾਸ਼ਤ ਨਾ ਕਰ ਸਕੀ। ਉਹ ਸਾਰੀ ਉਮਰ ਬਿਨਾਂ ਪੱਖੇ ਤੋਂ ਰੋਟੀ ਪਕਾਉਂਦੀ ਰਹੀ। ਇਹ ਮਹਾਰਾਣੀ ਹੁਣ ਪੱਖਾ ਲਾ ਕੇ ਰੋਟੀ ਪਕਾਊ? ਬਿਜਲੀ ਦਾ ਬਿੱਲ ਇਸਦੇ ਪਿਓ ਨੇ ਭਰਨਾ। ਕੁਲਵੰਤ ਦੀ ਮਾਂ ਨੇ ਜਾ ਕੇ ਪੱਖਾ ਬੰਦ ਕਰ ਦਿੱਤਾ, ਨਾਲੇ ਰੇਡੀਓ ਨੂੰ ਚੱਕ ਕੇ ਲੈ ਗਈ। ਕੁਲਵੰਤ ਦੀ ਪਤਨੀ ਨੂੰ ਇਹ ਗੱਲ ਬੁਰੀ ਲੱਗੀ। ਜਦੋਂ ਕੁਲਵੰਤ ਸ਼ਾਮ ਨੂੰ ਘਰੇ ਆਇਆ ਤਾਂ ਉਸਦੀ ਪਤਨੀ ਨੇ ਸਾਰੀ ਗੱਲ ਦੱਸੀ। ਕੁਲਵੰਤ ਨੇ ਉਸਨੂੰ ਸਮਝਾਇਆ ਕਿ ਕੋਈ ਗੱਲ ਨਹੀਂ, ਮੈਂ ਮਾਂ ਨਾਲ ਗੱਲ ਕਰਦਾ। ਮਾਂ, ਤੂੰ ਅੱਜ ਰਵਿੰਦਰ ਦਾ ਪੱਖਾ ਕਿਉਂ ਬੰਦ ਕਰ ਦਿੱਤਾ? ਨਾਲੇ ਰੇਡੀਓ ਲੈ ਗਈ ਤੂੰ?
ਮਾਂ ਤੈਨੂੰ ਪਤਾ ਹੈ ਉਹ ਸ਼ਹਿਰ ਦੀ ਪੜ੍ਹੀ ਲਿਖੀ ਕੁੜੀ ਐ। ਲੈ ਤੂੰ ਤਾਂ 2 ਮਹੀਨਿਆਂ ਵਿੱਚ ਹੀ ਉਹਦੇ ਨਾਲ ਹੋ ਗਿਆ। ਮਾਂ ਇਸ ਵਿੱਚ ਨਾਲ ਹੋਣ ਵਾਲੀ ਕੋਈ ਗੱਲ ਨਹੀਂ, ਤੂੰ ਤਾਂ ਗੱਲ ਸਮਝਣ ਨੂੰ ਤਿਆਰ ਹੀ ਨਹੀਂ। ਜਿਹਨੇ ਤੈਨੂੰ ਪਾਲ ਪੋਸ ਕੇ ਵੱਡਾ ਕੀਤਾ, ਪੜ੍ਹਾ ਲਿਖਾ ਕੇ ਨੌਕਰੀ ਤੇ ਲਵਾਇਆ, ਉਸਨੂੰ ਕਹਿ ਰਿਹਾ ਕਿ ਗੱਲ ਨਹੀਂ ਸਮਝਦੀ। ਆਹ ਕੱਲ੍ਹ ਦੀ ਛੋਕਰੀ ਦੀ ਗੱਲ ਤੈਨੂੰ ਸਮਝ ਆਉਂਦੀ ਹੈ। ਮਾਂ ਤੇਰੇ ਨਾਲ ਬਹਿਸ ਕਰਨੀ ਬੇਕਾਰ ਹੈ। ਇੰਨਾ ਕਹਿ ਕੇ ਕੁਲਵੰਤ ਬਾਹਰ ਨਿਕਲ ਗਿਆ। ਇਹਨਾਂ 2 ਦਿਨਾਂ 'ਚ ਮੇਰਾ ਪੁੱਤ ਮੇਰੇ ਮੂਹਰੇ ਬੋਲਣ ਲਾ ਦਿੱਤਾ। ਉਹ ਤਾਂ ਮੇਰੇ ਨਾਲ ਇੰਨੇ ਪਿਆਰ ਨਾਲ ਗੱਲ ਕਰਦਾ ਸੀ, ਮਾਂ ਮਾਂ ਕਰਦੇ ਦਾ ਮੂੰਹ ਸੁੱਕਦਾ ਸੀ। ਇਹਨੇ ਪਤਾ ਨਹੀਂ ਕੀ ਸਿਰ 'ਚ ਪਾ ਤਾ। ਮੇਰੇ ਪੁੱਤ ਦੇ ਹੁਣ ਮੂੰਹੋਂ ਨਹੀਂ ਬੋਲਦਾ। ਕੁਲਵੰਤ ਦੀ ਮਾਂ ਕਾਫੀ ਬੁੜਬੁੜਾਉਂਦੀ ਰਹੀ। ਇਹ ਰੋਜ਼ ਦਾ ਕਾਟੋ ਕਲੇਸ਼ ਸੀ। ਛੋਟੀ ਛੋਟੀ ਗੱਲ ਤੇ ਕੁਲਵੰਤ ਦੀ ਮਾਂ ਉਸਦੀ ਪਤਨੀ ਨਾਲ ਲੜਦੀ ਰਹਿੰਦੀ। ਦਾਦੀ ਮੰਜੇ ਤੇ ਬੈਠੀ ਰਹਿੰਦੀ। ਦਾਦੀ ਨੂੰ ਉੱਚਾ ਸੁਣਦਾ ਸੀ, ਇਸ ਲਈ ਉਸ ਨੂੰ ਗੱਲ ਸਮਝ ਨਹੀਂ ਸੀ ਆਉਂਦੀ। ਪਰ ਜਦੋਂ ਵੀ ਕਦੇ ਕੁਲਵੰਤ ਦੀ ਪਤਨੀ ਦਾਦੀ ਕੋਲ ਜਾਂਦੀ, ਉਹ ਕੁਲਵੰਤ ਦੀ ਮਾਂ ਦੀਆਂ ਬੁਰਾਈਆਂ ਕਰਨੋਂ ਨਾ ਹਟਦੀ। ਕੁਲਵੰਤ ਦੀ ਪਤਨੀ ਨੂੰ ਦਾਦੀ ਚੰਗੀ ਲੱਗਦੀ। ਉਹ ਆਨੇ ਬਹਾਨੇ ਦਾਦੀ ਕੋਲ ਜਾਂਦੀ। ਦੋਨੋਂ ਬੈਠ ਕੇ ਕੁਲਵੰਤ ਦੀ ਮਾਂ ਦੀਆਂ ਬੁਰਾਈਆਂ ਕਰਦੀਆਂ। ਕੁਲਵੰਤ ਦੀ ਮਾਂ ਵੀ ਆਪਣੀ ਨੂੰਹ ਨੂੰ ਮਿਹਣੇ ਮਾਰਨ ਦਾ ਕੋਈ ਮੌਕਾ ਨਾ ਗਵਾਉਂਦੀ। ਘਰ ਦਾ ਮਾਹੌਲ ਟੈਨਸ਼ਨ ਵਾਲਾ ਹੋ ਗਿਆ, ਕਿਉਂਕਿ ਕੁਲਵੰਤ ਦੀ ਪਤਨੀ ਹਰ ਗੱਲ ਕੁਲਵੰਤ ਨੂੰ ਦੱਸਦੀ ਤੇ ਫਿਰ ਮਾਂ ਨਾਲ ਲੜਦਾ। ਕੁਲਵੰਤ ਦੀ ਪਤਨੀ ਨੇ ਉਸਨੂੰ ਸੁਝਾਅ ਦਿੱਤਾ ਕਿ ਮੈਂ ਪੜ੍ਹੀ ਲਿਖੀ ਹਾਂ, ਨੌਕਰੀ ਕਰ ਸਕਦੀ ਹਾਂ, ਆਪਾਂ ਸ਼ਹਿਰ ਰਹਿਣਾ ਸ਼ੁਰੂ ਕਰ ਦਿੰਦੇ ਹਾਂ। ਪਰ ਕੁਲਵੰਤ ਇਸ ਲਈ ਤਿਆਰ ਨਹੀਂ ਸੀ। ਪੌਣੇ 2 ਸਾਲ ਲੰਘ ਗਏ। ਕੁਲਵੰਤ ਇੱਕ ਪੁੱਤ ਦਾ ਪਿਓ ਬਣ ਗਿਆ। ਕੁਲਵੰਤ ਦੀ ਪਤਨੀ ਮੁੰਡੇ ਨੂੰ ਲੈ ਕੇ ਪਿੰਡ ਆ ਗਈ, ਪਰ ਉਸਦੀ ਮਾਂ ਦੇ ਸੁਭਾਅ ਵਿੱਚ ਫਰਕ ਨਾ ਆਇਆ। ਮੁੰਡਾ 6 ਮਹੀਨਿਆਂ ਦਾ ਹੋ ਗਿਆ। ਕੁਲਵੰਤ ਦੀ ਪਤਨੀ ਨੇ ਫਿਰ ਉਸ ਨੂੰ ਸ਼ਹਿਰ ਜਾਣ ਦੀ ਸਲਾਹ ਦਿੱਤੀ, ਕਿਉਂਕਿ ਬੱਚੇ ਦੀ ਪੜ੍ਹਾਈ ਦਾ ਵੀ ਮਾਮਲਾ ਸੀ। ਕੁਲਵੰਤ ਨੇ ਵੀ ਸ਼ਹਿਰ ਰਹਿਣ ਦਾ ਮਨ ਬਣਾਇਆ। ਉਹ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਗਏ। ਕੁਲਵੰਤ ਦੀ ਦਾਦੀ ਚੱਲ ਵਸੀ। ਕੁਲਵੰਤ ਦਾ ਬੇਟਾ ਸਕੂਲ ਪੜ੍ਹਨ ਲੱਗ ਗਿਆ। ਕੁਲਵੰਤ ਕਦੇ ਕਦੇ ਪਰਿਵਾਰ ਸਮੇਤ ਪਿੰਡ ਚੱਕਰ ਲਾ ਆਉਂਦਾ। ਹੌਲੀ ਹੌਲੀ ਉਸਨੇ ਸ਼ਹਿਰ ਵਿੱਚ ਆਪਣਾ ਮਕਾਨ ਬਣਾ ਲਿਆ। ਪਿੰਡ ਖੇਤੀਬਾੜੀ ਉਸਦੇ ਮਾਂ-ਬਾਪ ਕਰਦੇ। ਕੁਲਵੰਤ ਦੀ ਪਤਨੀ ਆਪਣੇ ਬੇਟੇ ਦੇ ਭਵਿੱਖ ਬਾਰੇ ਸੁਪਨੇ ਲੈਂਦੀ। ਉਹ ਕੁਲਵੰਤ ਨੂੰ ਕਹਿੰਦੀ, ਮੈਂ ਆਪਣੇ ਬੇਟੇ ਨੂੰ ਬਹੁਤ ਵੱਡਾ ਅਫਸਰ ਬਣਾਵਾਂਗੀ, ਫਿਰ ਇਸ ਦਾ ਵਿਆਹ ਕਰਾਂਗੀ, ਆਪਣੀ ਪਸੰਦ ਦੀ ਪਰੀਆਂ ਵਰਗੀ ਨੂੰਹ ਲੈ ਕੇ ਆਊਂਗੀ। ਉਹ ਹਮੇਸ਼ਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ, ਪਰ ਕੁਲਵੰਤ ਕੁਝ ਨਹੀਂ ਸੀ ਬੋਲਦਾ, ਬਸ ਚੁੱਪ-ਚਾਪ ਸੁਣਦਾ ਰਹਿੰਦਾ ਸੀ। ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ? ਆਪਣਾ ਬੇਟਾ ਵੱਡਾ ਅਫਸਰ ਕਿਉਂ ਨਹੀਂ ਬਣ ਸਕਦਾ? ਮੈਂ ਕਦੋਂ ਕਹਿਣਾ ਨਹੀਂ ਬਣ ਸਕਦਾ, ਪਰ ਇਸ ਤੋਂ ਅੱਗੇ ਜੋ ਤੂੰ ਸੋਚਦੀ ਹੈ ਮੈਨੂੰ ਉਸ 'ਤੇ ਗੁੱਸਾ ਆਉਂਦਾ। ਤੁਹਾਨੂੰ ਕੀ ਲੱਗਦਾ ਮੇਰੇ ਪੁੱਤ ਨੂੰ ਪਰੀਆਂ ਵਰਗੀ ਕੁੜੀ ਨਹੀਂ ਮਿਲ ਸਕਦੀ? ਮੁੰਡੇ ਨੂੰ ਤਾਂ ਪਰੀਆਂ ਵਰਗੀ ਕੁੜੀ ਮਿਲ ਜਾਊ, ਪਰ ਤੈਨੂੰ ਤੇਰੇ ਪਸੰਦ ਦੀ ਨੂੰਹ ਨਹੀਂ ਮਿਲਣੀ। ਲੈ ਕਿਉਂ ਨਹੀਂ ਮਿਲਣੀ? ਮੈਂ ਆਪਣੀ ਨੂੰਹ ਨੂੰ ਇੰਨਾ ਪਿਆਰ ਕਰੂੰਗੀ ਕਿ ਤੁਸੀਂ ਵੇਖਦੇ ਰਹਿ ਜਾਓਗੇ। ਆਪਣੀ ਪਤਨੀ ਦੀ ਗੱਲ ਸੁਣ ਕੇ ਕੁਲਵੰਤ ਨੂੰ ਹਾਸਾ ਆ ਗਿਆ। ਇਹ ਸਭ ਕਹਿਣ ਦੀਆਂ ਗੱਲਾਂ ਨੇ। ਜਦੋਂ ਤੱਕ ਮੁੰਡੇ ਦਾ ਵਿਆਹ ਨਹੀਂ ਹੁੰਦਾ, ਉਦੋਂ ਤੱਕ ਹੀ ਤੂੰ ਮੁੰਡੇ ਨੂੰ ਪਿਆਰ ਕਰੇਂਗੀ, ਉਸ ਤੋਂ ਪਿੱਛੋਂ ਨਹੀਂ। ਕੁਲਵੰਤ ਆਪਣੇ ਤਜਰਬੇ ਤੋਂ ਬੋਲ ਰਿਹਾ ਸੀ। ਲਓ ਜੀ, ਇਹ ਤੁਸੀਂ ਕੀ ਗੱਲ ਕਰਤੀ? ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਆਪਣੀ ਨੂੰਹ ਨੂੰ ਧੀ ਵਾਂਗ ਪਿਆਰ ਕਰੂੰ, ਕੁਲਵੰਤ ਦੀ ਪਤਨੀ ਨੇ ਕਿਹਾ। ਕੁਲਵੰਤ ਨੇ ਇਹ ਗੱਲ ਅਣਸੁਣੀ ਕਰ ਦਿੱਤੀ। ਕੁਲਵੰਤ ਦਾ ਬੇਟਾ ਸ਼ਹਿਰ ਦੇ ਚੰਗੇ ਸਕੂਲ ਵਿੱਚ ਪੜ੍ਹਦਾ ਸੀ। ਮਾਂ-ਬਾਪ ਪੜ੍ਹੇ ਲਿਖੇ ਹੋਣ ਕਰਕੇ ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ। ਕੁਲਵੰਤ ਦੀ ਪਤਨੀ ਉਸ ਨੂੰ ਆਪ ਪੜ੍ਹਾਉਂਦੀ। ਸਮਾਂ ਲੰਘਦਾ ਗਿਆ। ਕੁਲਵੰਤ ਦੇ ਮਾਂ-ਬਾਪ ਸਵਰਗ ਸਿਧਾਰ ਗਏ। ਪਿੰਡ ਵਾਲੀ ਜ਼ਮੀਨ ਕੁਲਵੰਤ ਨੇ ਠੇਕੇ 'ਤੇ ਦੇਣੀ ਸ਼ੁਰੂ ਕਰ ਦਿੱਤੀ। ਡਿਗਰੀ ਕਰ ਗਿਆ ਸੀ। ਉਸਨੇ ਸਿਵਲ ਇੰਜੀਨੀਅਰਿੰਗ ਵਿੱਚ ਪੜ੍ਹਾਈ ਕੀਤੀ ਸੀ। ਕੁਲਵੰਤ ਨੇ ਉਸਨੂੰ ਆਪਣੀ ਕੰਸਟਰਕਸ਼ਨਸ ਦੀ ਕੰਪਨੀ ਖੋਲ੍ਹਣ ਦੀ ਸਲਾਹ ਦਿੱਤੀ। ਕੁਲਵੰਤ ਕੋਲ ਪੈਸੇ ਸੀ, ਇਸ ਲਈ ਉਸਨੇ ਮੁੰਡੇ ਨੂੰ ਬਿਜ਼ਨਸ ਖੋਲ੍ਹ ਦਿੱਤਾ। ਮੁੰਡਾ ਹੁਸ਼ਿਆਰ ਸੀ। 2 ਸਾਲਾਂ ਵਿੱਚ ਮੁੰਡੇ ਨੇ ਆਪਣਾ ਕੰਮ ਵਧੀਆ ਚਲਾ ਲਿਆ। ਕੁਲਵੰਤ ਨੇ ਵੀ ਪੁਰਾਣਾ ਘਰ ਵੇਚ ਕੇ ਨਵਾਂ ਮਾਡਰਨ ਤਰੀਕੇ ਦਾ ਘਰ ਬਣਾਇਆ। ਵੱਡਾ ਡਰਾਇੰਗ ਰੂਮ, ਹਰ ਬੈੱਡਰੂਮ ਨਾਲ ਅਟੈਚ ਬਾਥਰੂਮ। ਘਰ ਵਿੱਚ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਸੀ। ਦੋਨੋਂ ਪਿਓ ਪੁੱਤਰਾਂ ਕੋਲ ਆਪਣੀਆਂ ਕਾਰਾਂ ਸਨ। ਕੁਲਵੰਤ ਦੀ ਰਿਟਾਇਰਮੈਂਟ ਨੇੜੇ। ਉਸ ਦੀ ਪਤਨੀ ਹੁਣ ਆਪਣੇ ਪੁੱਤਰ ਦਾ ਵਿਆਹ ਕਰਨਾ ਚਾਹੁੰਦੀ ਸੀ। ਉਸਨੇ ਆਪਣੀ ਹੋਣ ਵਾਲੀ ਨੂੰਹ ਲਈ ਗਹਿਣੇ ਪਹਿਲਾਂ ਹੀ ਬਣਾ ਰੱਖੇ ਸਨ। ਕੁਲਵੰਤ ਦੇ ਬੇਟੇ ਨੂੰ ਚੰਗੇ ਵੱਡੇ-ਵੱਡੇ ਘਰਾਂ ਦੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ, ਕਿਉਂਕਿ ਕੁਲਵੰਤ ਕੋਲ ਜ਼ਮੀਨ, ਸ਼ਹਿਰ ਵਿੱਚ ਕੋਠੀ, ਬੇਟੇ ਦਾ ਚੰਗਾ ਬਿਜ਼ਨਸ, ਕੁਲਵੰਤ ਦੀ ਵਧੀਆ ਰੈਪੂਟੇਸ਼ਨ।
ਹਰ ਉਹ ਗੱਲ ਸੀ ਜੋ ਕੁੜੀ ਵਾਲੇ ਆਮ ਤੌਰ 'ਤੇ ਰਿਸ਼ਤਾ ਕਰਨ ਵੇਲੇ ਵੇਖਦੇ ਹਨ, ਪਰ ਕੁਲਵੰਤ ਦੇ ਮੁੰਡੇ ਨੂੰ ਕੁੜੀ ਪਸੰਦ ਨਾ ਆਉਂਦੀ। ਦਰਅਸਲ ਉਸ ਦਾ ਵੀ ਇਹੋ ਮਨ ਸੀ ਕਿ ਕੁੜੀ ਮਾਂ-ਬਾਪ ਦੀ ਪਸੰਦ ਦੀ ਹੋਵੇ। ਉਹ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਲਈ ਸੋਚਦਾ ਸੀ। ਇਸ ਲਈ ਉਹ ਸਵੇਰੇ ਜਲਦੀ ਜਾਂਦਾ ਤੇ ਸ਼ਾਮ ਨੂੰ ਲੇਟ ਘਰ ਆਉਂਦਾ। ਉਸ ਨੂੰ ਵੀ ਪਤਾ ਸੀ ਕਿ ਉਸ ਦੀ ਹੋਣ ਵਾਲੀ ਪਤਨੀ ਨੇ ਜ਼ਿਆਦਾ ਸਮਾਂ ਪਰਿਵਾਰ ਨਾਲ ਹੀ ਰਹਿਣਾ। ਇਸ ਲਈ ਉਹ ਚਾਹੁੰਦਾ ਸੀ ਕਿ ਕੁੜੀ ਇਹਨਾਂ ਦੀ ਪਸੰਦ ਦੀ ਹੀ ਆਵੇ। ਕੁਲਵੰਤ ਦੇ ਮਾਂ-ਬਾਪ ਨੇ ਸਧਾਰਨ ਪਰਿਵਾਰ ਇੱਕ ਸੋਹਣੀ ਤੇ ਸਮਝਦਾਰ ਕੁੜੀ ਵੇਖੀ। ਉਸ ਦੀ ਫੋਟੋ ਕੁਲਵੰਤ ਦੇ ਬੇਟੇ ਨੂੰ ਪਸੰਦ ਆ ਗਈ। ਜਦੋਂ ਗੱਲ ਤੁਰੀ ਤਾਂ ਕੁੜੀ ਦੇ ਬਾਪ ਨੇ ਕੁਲਵੰਤ ਨੂੰ ਸਾਫ਼ ਲਫ਼ਜ਼ਾਂ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਉਹ ਉਸ ਦੇ ਮੁਕਾਬਲੇ ਦਾ ਨਹੀਂ ਹੈ, ਨਾ ਹੀ ਕੋਈ ਡਿਮਾਂਡ ਪੂਰੀ ਕਰ ਸਕਦਾ ਹੈ। ਕੁਲਵੰਤ ਨੇ ਆਪਣੀ ਪਤਨੀ ਨਾਲ ਇਹ ਗੱਲ ਸਾਂਝੀ ਕੀਤੀ। ਉਸ ਨੂੰ ਵੀ ਇਹ ਸਪਸ਼ਟ ਕਹੀ ਗੱਲ ਵਧੀਆ ਲੱਗੀ। ਉਸ ਨੂੰ ਵੀ ਕੁੜੀ ਪਸੰਦ ਸੀ। ਕੁਲਵੰਤ ਨੇ ਪਰਿਵਾਰ ਨਾਲ ਸਲਾਹ ਕਰਕੇ ਰਿਸ਼ਤਾ ਪੱਕਾ ਕਰ ਲਿਆ। ਕੁਲਵੰਤ ਦੀ ਘਰਵਾਲੀ ਨੂੰ ਬੇਟੇ ਦੇ ਵਿਆਹ ਦਾ ਬਹੁਤ ਚਾਅ ਸੀ। ਉਸਨੇ ਆਪਣੇ ਬੇਟੇ ਲਈ ਤੇ ਹੋਣ ਵਾਲੀ ਨੂੰਹ ਲਈ ਵਧੀਆ ਮਹਿੰਗੇ ਤੋਂ ਮਹਿੰਗੇ ਕੱਪੜੇ, ਜੁੱਤੇ ਤੇ ਹੋਰ ਸਮਾਨ ਖਰੀਦਿਆ। ਗਹਿਣੇ ਉਸਨੇ ਪਹਿਲਾਂ ਹੀ ਬਣਾ ਲਏ ਸਨ। ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ। ਕੁਲਵੰਤ ਦੇ ਘਰ ਨੂੰਹ ਆ ਗਈ। ਕੁਝ ਦਿਨ ਤਾਂ ਸਭ ਠੀਕ ਚੱਲਦਾ ਰਿਹਾ। ਉਸ ਤੋਂ ਪਿੱਛੋਂ ਫਿਰ ਉਹੀ ਨੂੰਹ-ਸੱਸ ਵਾਲੀ ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਨਾਲ ਕੁਲਵੰਤ ਤੇ ਉਸਦੇ ਬੇਟੇ ਦੇ ਕੰਮ 'ਤੇ ਅਸਰ ਪੈਣਾ ਲਾਜ਼ਮੀ ਸੀ। ਘਰ ਵਿੱਚ ਕੰਮ ਕਰਨ ਲਈ ਨੌਕਰ ਰੱਖੇ ਹੋਏ ਸਨ, ਰੋਟੀ ਬਣਾਉਣ ਲਈ ਵੀ ਨੌਕਰ ਸੀ। ਹਰ ਸੁਵਿਧਾ ਘਰ ਵਿੱਚ ਸੀ, ਪਰ ਫਿਰ ਵੀ ਨਿੱਕੀ-ਨਿੱਕੀ ਗੱਲ 'ਤੇ ਕਲੇਸ਼ ਪੈ ਜਾਂਦਾ ਸੀ। ਕਈ ਵਾਰੀ ਕੁਲਵੰਤ ਦੇ ਬੇਟੇ ਨੂੰ ਕੰਮ ਵਿਚਾਲੇ ਛੱਡ ਘਰ ਆਉਣਾ ਪੈਂਦਾ। ਉੱਧਰ ਕੁਲਵੰਤ ਦੀ ਵੀ ਨੌਕਰੀ ਛੱਡ ਕੇ ਘਰ ਵੱਲ ਭੱਜਦਾ। ਇੱਕ ਦਿਨ ਕੁਲਵੰਤ ਦੀ ਘਰਵਾਲੀ ਨੇ ਫੈਸਲਾ ਸੁਣਾ ਦਿੱਤਾ ਵੀ ਉਹ ਇਸ ਘਰ ਵਿੱਚ ਨਹੀਂ ਰਹੇਗੀ। ਉਸਨੇ ਕੁਲਵੰਤ 'ਤੇ ਜ਼ੋਰ ਪਾਇਆ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਪਿੰਡ ਵਾਲੇ ਘਰ ਵਿੱਚ ਚਲੇ ਜਾਣਗੇ। ਕੁਲਵੰਤ ਨੇ ਵੀ ਹਾਮੀ ਭਰ ਲਈ। ਰਿਟਾਇਰਮੈਂਟ ਤੋਂ ਬਾਅਦ ਕੁਲਵੰਤ ਆਪਣੀ ਪਤਨੀ ਨੂੰ ਲੈ ਕੇ ਪਿੰਡ ਆ ਗਿਆ। ਉੱਧਰ ਕੁਲਵੰਤ ਦੀ ਨੂੰਹ ਦੇ ਬੇਟਾ ਹੋ ਗਿਆ। ਕੁਲਵੰਤ ਦਾਦਾ ਬਣ ਗਿਆ ਸੀ। ਉਹ ਤੇ ਉਸ ਦੀ ਪਤਨੀ ਉਸ ਨੂੰ ਵੇਖਣ ਲਈ ਆਏ। ਕੁਲਵੰਤ ਦਾ ਤਾਂ ਪਿੰਡ ਵਿੱਚ ਜੀ ਲੱਗ ਗਿਆ ਸੀ, ਪਰ ਉਸ ਦੀ ਪਤਨੀ ਨੂੰ ਥੋੜ੍ਹੀ ਮੁਸ਼ਕਲ ਆਈ। ਪਰ ਕੁਲਵੰਤ ਕੋਲ ਕਾਰ ਸੀ। ਉਹ ਦੂਸਰੇ ਤੀਸਰੇ ਦਿਨ ਕਿਧਰੇ ਚੱਕਰ ਲਾ ਆਉਂਦੇ। ਦੂਜੇ ਪਾਸੇ ਕੁਲਵੰਤ ਦੇ ਬੇਟੇ ਤੇ ਨੂੰਹ ਨੂੰ ਥੋੜ੍ਹੇ ਦਿਨ ਉਹਨਾਂ ਦੀ ਕਮੀ ਮਹਿਸੂਸ ਹੋਈ। ਹੌਲੀ-ਹੌਲੀ ਉਹਨਾਂ ਨੂੰ ਵੀ ਉਹਨਾਂ ਦੋਨਾਂ ਤੋਂ ਬਿਨਾਂ ਰਹਿਣ ਦੀ ਨੂੰ ਵੀ ਆਦਤ ਪੈ ਗਈ। ਦੋਨੋਂ ਆਪਣੀ ਜਗ੍ਹਾ ਵਧੀਆ ਰਹਿ ਰਹੇ ਸਨ। ਕੁਲਵੰਤ ਤੇ ਉਸ ਦੀ ਪਤਨੀ ਕਦੇ-ਕਦੇ ਉਹਨਾਂ ਨੂੰ ਮਿਲਣ ਜਾਂਦੇ ਤੇ ਉਹ ਵੀ ਬੇਟੇ ਦੀ ਛੁੱਟੀਆਂ 'ਚ ਪਿੰਡ ਜਾ ਆਉਂਦੇ। ਕੁਲਵੰਤ ਨੇ ਪਿੰਡ ਵਾਲੇ ਘਰ ਨੂੰ ਰੈਨੋਵੇਟ ਕਰਵਾ ਲਿਆ ਸੀ। ਨਾਲ ਵਾਲੇ ਖਾਲੀ ਥਾਂ ਵਿੱਚ ਉਸਨੇ ਇੱਕ ਬਹੁਤ ਸੋਹਣਾ ਬਗੀਚਾ ਬਣਾਇਆ ਤੇ ਇੱਕ ਸਵਿਮਿੰਗ ਪੂਲ ਵੀ ਬਣਾਇਆ। ਗਰਮੀ ਦੀਆਂ ਛੁੱਟੀਆਂ ਵਿੱਚ ਅਕਸਰ ਕੁਲਵੰਤ ਦਾ ਪੋਤਾ ਪਿੰਡ ਆਉਂਦਾ। ਉਸ ਨੂੰ ਪੂਲ ਵਿੱਚ ਨਹਾਉਣਾ ਤੇ ਬਗੀਚੀ ਵਿੱਚ ਖੇਡਣਾ ਚੰਗਾ ਲੱਗਦਾ। ਕੁਲਵੰਤ ਦੀ ਨੂੰਹ ਵੀ ਆਪਣੇ ਪੁੱਤਰ ਨੂੰ ਬੇਹੱਦ ਪਿਆਰ ਕਰਦੀ। ਇੱਕ ਦਿਨ ਜਦੋਂ ਉਹ ਪਿੰਡ ਆਏ ਸਨ ਤਾਂ ਕੁਲਵੰਤ ਦੀ ਨੂੰਹ ਆਪਣੇ ਬੇਟੇ ਨਾਲ ਲਾਡ ਲਡਾ ਰਹੀ ਸੀ। ਬੇਟਾ, ਮੈਂ ਤੈਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਣਾ ਚਾਹੁੰਦੀ ਹਾਂ। ਤੂੰ ਮੇਰੀ ਜਾਨ ਵੀ ਮੰਗ ਲਵੇਂ, ਮੈਂ ਦੇ ਦੇਵਾਂਗੀ, ਉਹ ਭਾਵੁਕ ਹੋਈ ਕਹਿ ਰਹੀ ਸੀ। ਉਸ ਨੂੰ ਨਹੀਂ ਸੀ ਪਤਾ ਕਿ ਕੁਲਵੰਤ ਇਹ ਸਭ ਪਿੱਛੇ ਖੜਾ ਸੁਣ ਰਿਹਾ। ਉਸ ਦੀ ਗੱਲ ਸੁਣ ਕੇ ਕੁਲਵੰਤ ਹੱਸਿਆ। ਪਾਪਾ, ਤੁਸੀਂ ਹੱਸੇ ਕਿਉਂ? ਨੂੰਹ ਨੇ ਕੁਲਵੰਤ ਨੂੰ ਪੁੱਛਿਆ। ਪੁੱਤਰ, ਮਾਵਾਂ ਦਾ ਪਿਆਰ ਪੁੱਤਰਾਂ ਨਾਲ ਸਿਰਫ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਤੱਕ ਉਹ ਵਿਆਹੇ ਨਹੀਂ ਜਾਂਦੇ। ਨਹੀਂ ਪਾਪਾ, ਮੈਂ ਐਸਾ ਨਹੀਂ ਕਰਾਂਗੀ। ਮੈਂ ਵਿਆਹ ਤੋਂ ਬਾਅਦ ਵੀ ਇਸ ਨੂੰ ਤੇ ਇਸ ਦੀ ਪਤਨੀ ਨੂੰ ਉਨਾ ਹੀ ਪਿਆਰ ਕਰਾਂਗੀ। ਇਹ ਮੇਰਾ ਵਾਅਦਾ ਹੈ ਤੁਹਾਡੇ ਨਾਲ, ਨੂੰਹ ਨੇ ਕੁਲਵੰਤ ਨੂੰ ਕਿਹਾ। ਸਭ ਝੂਠ, ਇਹ ਸਭ ਝੂਠ ਵਾਅਦਾ ਹੈ ਜੋ ਮੈਂ ਬਹੁਤ ਵਾਰ ਸੁਣਿਆ। ਇੰਨੀ ਗੱਲ ਕਹਿ ਕੇ ਕੁਲਵੰਤ ਗੁੱਸੇ 'ਚ ਬਾਹਰ ਨੂੰ ਤੁਰ ਗਿਆ। ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ? ਕਮੈਂਟ ਕਰਕੇ ਜ਼ਰੂਰ ਦੱਸਣਾ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।